आज ये बहन अपने बेटे की जिंदगी की अमेजिंग टेस्टमनी देने जा रही है कि कैसे प्रभु यीशु मसीह ने इनके मुर्दा बेटे को छूकर नई जिंदगी के साथ आशीषित किया। तो आइए सुनते हैं इनकी गवाही को। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸਵਿਤਾ ਹੈ, ਮੇਰਾ ਬੇਟਾ ਅਗਮ। ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਾਂ। ਮੈਂ ਅੱਜ ਆਪਣੇ ਬੇਟੇ ਦੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਮੇਰੇ ਘਰਾਣੇ ਵਿੱਚੋਂ ਡੈਥ ਸਪਿਰਿਟ ਨੂੰ ਖਤਮ ਕਰਕੇ ਮੇਰੇ ਬੇਟੇ ਨੂੰ ਨਵਾਂ ਜੀਵਨ ਦਿੱਤਾ। ਅੱਜ ਤੋਂ 40 ਸਾਲ ਪਹਿਲੇ ਮੇਰੇ ਹਸਬੈਂਡ ਦੇ ਤਾਇਆ ਜੀ ਦਾ ਵੱਡਾ ਬੇਟਾ ਉਹ ਬਾਹਰ ਗਿਆ ਸੀ ਕਿਸੇ ਕੰਮ। ਜਦੋਂ ਘਰ ਵਾਪਸ ਆਇਆ ਤੇ ਹੀਟਰ ਦੀ ਤਾਰ ਲਗਾਉਣ ਲੱਗਾ ਤੇ ਉਹਨਾਂ ਨੂੰ ਇੱਕਦਮ ਕਰੰਟ ਪੈ ਗਿਆ ਔਰ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਐਸੇ ਤਰ੍ਹਾਂ ਹੀ ਥੋੜਾ ਟਾਈਮ ਪਾ ਕੇ ਮੇਰੇ ਹਸਬੈਂਡ ਜਿਹੜੇ ਨੇ ਉਹਨਾਂ ਦਾ ਵੱਡਾ ਬ੍ਰਦਰ ਸੀ, ਉਹ ਵੀ ਸੇਮ ਐਸੇ ਇਨਸੀਡੈਂਟਸ ਦੇ ਨਾਲ ਹੀ ਘਰ ਆਏ ਨੇ ਤੇ ਉਹਨਾਂ ਨੂੰ ਮਤਲਬ ਕਿ ਹੀਟਰ ਲਗਾਉਣ ਲੱਗੇ ਤੇ ਸੇਮ ਉਹਨਾਂ ਨੂੰ ਉਸੇ ਤਰੀਕੇ ਨਾਲ ਕਰੰਟ ਪੈ ਗਿਆ ਤੇ ਉਹਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ। ਔਰ ਇਸ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਔਰ 2017 ਵਿੱਚ ਮੇਰੇ ਹਸਬੈਂਡ ਦੇ ਭੂਆ ਜੀ ਦੀ ਜਿਹੜਾ ਵੱਡਾ ਬੇਟਾ ਸੀਗਾ ਉਹ ਆਪਣੇ ਦੋਸਤਾਂ ਦੇ ਨਾਲ ਨਹਿਰ ਤੇ ਘੁੰਮਣ ਲਈ ਗਿਆ, ਆਪਣੇ ਫਰੈਂਡਸ ਦੇ ਨਾਲ। ਤੇ ਉੱਥੇ ਜਦੋਂ ਉਹ ਨਹਾਉਣ ਲੱਗੇ ਤਾਂ ਉੱਥੇ ਨਹਿਰ ਵਿੱਚ ਡੁੱਬ ਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਉਹ ਵੀ ਉਹਨਾਂ ਦਾ ਵੱਡਾ ਬੇਟਾ ਸੀਗਾ। ਇਸ ਇਨਸੀਡੈਂਟਸ ਤੋਂ ਬਾਅਦ ਸਾਰੇ ਜਾਣੇ ਬਹੁਤ ਜ਼ਿਆਦਾ ਸ਼ੌਕ ਸੀਗੇ ਤੇ ਸਾਰੇ ਜਾਣੇ ਬਹੁਤ ਪਰੇਸ਼ਾਨ ਸੀਗੇ। ਐਸੇ ਤਰ੍ਹਾਂ 2017 ਤੱਕ ਸਾਡੇ ਪਰਿਵਾਰ ਵਿੱਚ 3 ਪਹਿਲੋਠੇ ਬੱਚਿਆਂ ਦੀ ਜਿਹੜੀ ਉਹ ਡੈਥ ਹੋ ਚੁੱਕੀ ਸੀਗੀ। ਫਿਰ ਉਸ ਤੋਂ ਬਾਅਦ 2022 ਵਿੱਚ ਮੇਰੇ ਹਸਬੈਂਡ ਦੇ ਜਿਹੜੇ ਕਜ਼ਨ ਬ੍ਰਦਰ ਸੀਗੇ ਉਹਨਾਂ ਦੇ ਵੀ ਵੱਡੇ ਬੇਟੇ ਦੀ ਕਰੰਟ ਲੱਗਣ ਦੇ ਕਾਰਨ ਮੌਕੇ ਤੇ ਹੀ ਡੈਥ ਹੋ ਗਈ। ਤੇ ਉਸ ਟਾਈਮ ਤੇ ਜਦੋਂ ਦੀ ਡੈਥ ਹੋਈ ਉਸ ਟਾਈਮ ਤੇ ਜੋ ਲੋਕ ਉੱਥੇ ਸੀਗੇ ਉਹ ਗੱਲਾਂ ਕਰਦੇ ਸੀਗੇ ਕਿ ਅੱਜ ਤੋਂ 40 ਸਾਲ ਪਹਿਲੇ ਵੀ ਐਸੇ ਤਰ੍ਹਾਂ ਸੇਮ ਇਨਸੀਡੈਂਟਸ ਹੋਇਆ ਸੀਗਾ ਕਿ ਇਹਨਾਂ ਦੇ ਪਰਿਵਾਰ ਵਿੱਚ ਪਹਿਲੇ ਇੱਕ ਡੈਥ ਹੋਈ ਤੇ ਫਿਰ ਇਹਨਾਂ ਦੇ ਚਾਚਾ ਜੀ ਦੇ ਬੇਟੇ ਦੇ ਘਰ ਦੂਸਰੀ ਡੈਥ ਹੋਈ ਤੇ ਫਿਰ ਸੇਮ ਅੱਜ 40 ਸਾਲ ਬਾਅਦ ਫਿਰ ਦੁਬਾਰਾ ਹੀ ਉਸੇ ਪਰਿਵਾਰ ਵਿੱਚ ਜਿਹੜੀ ਹੈ ਬੱਚੇ ਦੀ ਸੇਮ ਕਰੰਟ ਲੱਗਣ ਦੇ ਕਾਰਨ ਹੀ ਡੈਥ ਹੋ ਗਈ। ਤੇ ਜਦੋਂ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤੇ ਮੇਰੇ ਦਿਮਾਗ ਵਿੱਚ ਬਾਰ-ਬਾਰ ਇਹ ਗੱਲ ਆਉਂਦੀ ਸੀਗੀ ਕਿ ਪਹਿਲੀ ਡੈਥ ਇਹਨਾਂ ਦੇ ਪਰਿਵਾਰ ਵਿੱਚ ਹੋਈ ਸੀਗੀ ਤੇ ਦੂਸਰੀ ਡੈਥ ਜਿਹੜੀ ਉਹ ਸਾਡੇ ਪਰਿਵਾਰ ਵਿੱਚ ਹੋਈ ਸੀਗੀ। ਮੈਂ ਉਸ ਗੱਲਾਂ ਨੂੰ ਸੋਚ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਰਹਿੰਦੀ ਸੀ ਕਿ ਮੇਰੇ ਬੇਟੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਿਲ ਜਾਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਸ ਉਹਦੇ ਨਾਲ ਨਾ ਹੋ ਜੇ, ਕਿਉਂਕਿ ਮੇਰਾ ਬੇਟਾ ਅਗਮ ਜਿਹੜਾ ਹੈ ਉਹ ਮੇਰੇ ਪਰਿਵਾਰ ਵਿੱਚੋਂ ਵੱਡਾ ਬੇਟਾ ਆ ਤੇ ਮੈਨੂੰ ਹਮੇਸ਼ਾ ਇਹਦੀ ਟੈਨਸ਼ਨ ਲੱਗੀ ਰਹਿੰਦੀ ਸੀਗੀ ਕਿ ਇਹਦੇ ਨਾਲ ਇਦਾਂ ਦਾ ਕੁਝ ਨਾ ਹੋ ਜਾਏ। ਫਿਰ 15 ਮਾਰਚ 2022 ਨੂੰ ਮੇਰਾ ਬੇਟਾ 7:30 ਵਜੇ ਸ਼ਾਮ ਦੇ ਪੌੜੀਆਂ ਉੱਪਰ ਖੇਡ ਰਿਹਾ ਸੀਗਾ ਤੇ ਦੁਸ਼ਟ ਆਤਮਾ ਦਾ ਅਟੈਕ ਹੋਇਆ ਤੇ ਇਹਨੂੰ ਇੱਕ ਕਾਲੀ ਪਰਛਾਈ ਨਜ਼ਰ ਆਈ। ਇਹ ਉਹ ਤੋਂ ਡਰ ਗਿਆ ਤੇ ਪਿੱਛੇ ਨੂੰ ਮੁੜਨ ਲੱਗਾ ਤੇ ਅਚਾਨਕ ਇਹਨੂੰ ਧੱਕਾ ਲੱਗਾ। ਉੱਥੋਂ ਇਹ ਪੌੜੀਆਂ ਤੋਂ ਗਿਰ ਗਿਆ ਤੇ ਸਾਈਡ ਤੇ ਰੱਸੀ ਲਟਕੀ ਹੋਈ ਸੀ ਜਿਹਦੇ ਉੱਪਰ ਇਹ ਖੇਡਦੇ ਸੀਗੇ ਤੇ ਅਚਾਨਕ ਇਹਦੀ ਗਰਦਨ ਜਿਹੜੀ ਆ ਉਸ ਰੱਸੀ ਦੇ ਵਿੱਚ ਲਟਕ ਗਈ। ਜਦੋਂ ਮੇਰੇ ਬੇਟੇ ਦੀ ਗਰਦਨ ਰੱਸੀ ਵਿੱਚ ਆ ਗਈ ਤੇ ਉਸ ਟਾਈਮ ਤੇ ਮੈਂ ਕਮਰੇ ਵਿੱਚ ਸੀਗੀ। ਜਦੋਂ ਮੈਂ ਅਚਾਨਕ ਕਮਰੇ ਤੋਂ ਕਿਚਨ ਵੱਲ ਨੂੰ ਜਾ ਰਹੀ ਸੀ ਤੇ ਮੈਂ ਵਿਹੜੇ ਵਿੱਚ ਦੇਖਿਆ ਤੇ ਇਹ ਬਿਲਕੁਲ ਰੱਸੀ ਜਿਹੜੀ ਇਹਦੀ ਗਰਦਨ ਵਿੱਚ ਅਟਕੀ ਹੋਈ ਸੀ ਤੇ ਉਹ ਬਿਲਕੁਲ ਸਿੱਧਾ ਖੜਾ ਸੀ। ਪਹਿਲੇ ਤੇ ਮੈਂ ਇਹਨੂੰ ਗੁੱਸੇ ਵਿੱਚ ਬੋਲਿਆ, ਮੈਨੂੰ ਲੱਗਾ ਸ਼ਾਇਦ ਇਹ ਮਜ਼ਾਕ ਕਰਨ ਡਿਆ ਆ। ਮੈਂ ਇਹਨੂੰ ਗੁੱਸੇ ਵਿੱਚ ਬੋਲਿਆ ਕਿ ਤੂੰ ਕੀ ਕਰ ਰਿਹਾ। ਜਦੋਂ ਮੈਂ ਇਹਦੇ ਲਾਗੇ ਗਈ ਤੇ ਬਿਲਕੁਲ ਸੁੱਧ-ਬੁੱਧ ਨਹੀਂ ਸੀਗੀ ਇਹਨੂੰ, ਇਹ ਬਿਲਕੁਲ ਉੱਤੇ ਲਟਕਿਆ ਹੋਇਆ ਸੀਗਾ। ਮੈਂ ਇਹਨੂੰ ਥੋੜਾ ਹਿਲਾਇਆ ਜੁਲਾਇਆ ਪਰ ਇਹਨੇ ਕੋਈ ਰਿਸਪੌਂਸ ਨਹੀਂ ਕੀਤਾ। ਮੈਂ ਫਟਾਫਟ ਇਹਦੇ ਗਰਦਨ ਵਿੱਚੋਂ ਰੱਸੀ ਨੂੰ ਨਿਕਾਲ ਦਿੱਤਾ। ਜਦੋਂ ਮੈਂ ਰੱਸੀ ਨੂੰ ਨਿਕਾਲਿਆ ਤੇ ਮੇਰੇ ਫੜਦਿਆਂ ਮੇਰੇ ਹੱਥਾਂ ਵਿੱਚੋਂ ਨੀਚੇ ਬੜੀ ਜ਼ੋਰ ਦੀ ਫਰਸ਼ ਤੇ ਡਿੱਗਾ ਔਰ ਇਹਦੀ ਜਿਹੜੀ ਗਰਦਨ ਆ ਉਹਦਾ ਸਿਰ ਜਿਹੜਾ ਵਾ ਉਹ ਬਹੁਤ ਜ਼ੋਰ ਦੀ ਥੱਲੇ ਫਰਸ਼ ਤੇ ਵੱਜਾ। ਐਸੇ ਤਰੀਕੇ ਨਾਲ ਮੇਰੇ ਰੋਂਦਿਆਂ ਰੋਲਾ ਪਾਉਂਦਿਆਂ ਸਾਰੇ ਲਾਗੋ ਚਾਗੋ ਜੋ ਗਵਾਂਢੀ ਸੀਗੇ ਉਹ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਨੇ ਇਹਦੇ ਪਾਪਾ ਨੂੰ ਫੋਨ ਕਰ ਦਿੱਤਾ। ਉਹਨੇ ਦੇਰ ਵਿੱਚ ਇਹਦੇ ਪਾਪਾ ਵੀ ਆ ਗਏ ਤੇ ਇਹਨੂੰ ਇਦਾਂ ਹੀ ਚੁੱਕ ਕੇ ਫਟਾਫਟ ਬਾਈਕ ਤੇ ਲਾਗੇ ਜਿਹੜਾ ਹਸਪੀਟਲ ਸੀਗਾ ਉੱਥੇ ਇਹਨੂੰ ਲੈ ਗਏ। ਉੱਥੇ ਡਾਕਟਰਸ ਨੇ ਇਹਨੂੰ ICU ਵਿੱਚ ਐਡਮਿਟ ਕਰਕੇ ਵੈਂਟੀਲੇਟਰ ਤੇ ਪਾ ਦਿੱਤਾ। ਡਾਕਟਰਸ ਨੇ ਇਹਦੀ ਕੰਡੀਸ਼ਨ ਦੇਖ ਕੇ ਸਾਨੂੰ ਕਿਹਾ ਕਿ ਇਹ ਬਹੁਤ ਜ਼ਿਆਦਾ ਸੀਰੀਅਸ ਆ ਤੇ ਇਹਨੂੰ ICU ਵਿੱਚ ਵੈਂਟੀਲੇਟਰ ਉੱਪਰ ਪਾ ਦਿੱਤਾ ਤੇ ਇਹਦੇ ਸਾਹ ਜਿਹੜੇ ਉਹ ਬਿਲਕੁਲ ਬੰਦ ਸੀਗੇ, ਬਿਲਕੁਲ ਸਾਹ ਨਹੀਂ ਸੀ ਆ ਰਹੇ। ਐਸੇ ਲਈ ਇਹਦੀ ਕੰਡੀਸ਼ਨ ਬਾਰੇ ਡਾਕਟਰਸ ਨੇ ਸਾਨੂੰ ਪਹਿਲੇ ਹੀ ਦੱਸ ਦਿੱਤਾ ਸੀਗਾ ਕਿ ਵੈਂਟੀਲੇਟਰ ਤੇ ਆਪਾਂ ਤੁਹਾਡੇ ਬੱਚੇ ਨੂੰ ਪਾਉਣ ਲੱਗੇ ਆ, ਪਰ ਇਹ ਕਿ ਇਹਦੀ ਕੰਡੀਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਸੀਰੀਅਸ ਹੈ। ਰਾਤ ਨੂੰ ਅਸੀਂ ਬੇਟੇ ਨੂੰ ਜਦੋਂ ਐਡਮਿਟ ਕਰਵਾਇਆ ਤੇ ਅਗਲੇ ਦਿਨ ਸਵੇਰੇ ਡਾਕਟਰਸ ਨੇ ਮੈਨੂੰ ਤੇ ਮੇਰੇ ਹਸਬੈਂਡ ਨੂੰ ਬੁਲਾ ਕੇ ਸਾਨੂੰ ਜਵਾਬ ਦੇ ਦਿੱਤਾ ਕਿ ਤੁਹਾਡਾ ਬੱਚਾ ਜਿਹੜਾ ਉਹਦੇ ਸਾਹ ਸਿਰਫ ਵੈਂਟੀਲੇਟਰ ਤੇ ਹੀ ਚੱਲ ਰਹੇ ਆ, ਉੱਦਾਂ ਉਹਦੇ ਸਾਹ ਜਿਹੜੇ ਉਹ ਖਤਮ ਹੋ ਚੁੱਕੇ ਆ, ਉਹ ਬਿਲਕੁਲ ਡੈਡ ਆ ਤੇ ਤੁਸੀਂ ਇਹਨੂੰ ਇੱਥੋਂ ਲੈ ਕੇ ਜਾ ਸਕਦੇ ਜੇ। ਅਸੀਂ ਡਾਕਟਰ ਦੇ ਮਿੰਨਤਾਂ ਕੀਤੇ, ਤਰਲੇ ਕੀਤੇ ਕਿ ਤੁਸੀਂ ਬੱਚੇ ਦਾ ਟ੍ਰੀਟਮੈਂਟ ਕਰੋ, ਬਟ ਡਾਕਟਰ ਨੇ ਸਾਨੂੰ ਕਿਹਾ ਕਿ ਤੁਹਾਡੇ ਬੱਚੇ ਦੇ ਸਾਹ ਜਿਹੜੇ ਉਹ ਬਿਲਕੁਲ ਬੰਦ ਆ, ਤੁਸੀਂ ਇਹਨੂੰ ਜਿੱਥੇ ਵੀ ਲੈ ਕੇ ਜਾ ਸਕਦੇ ਜੇ ਲੈ ਜਾਓ, ਪਰ ਤੁਹਾਡਾ ਬੱਚਾ ਜਿਹੜਾ ਵਾ ਉਹ ਬਿਲਕੁਲ ਮੁਰਦਾ ਹੋ ਚੁੱਕਿਆ ਹੈ। ਜਦੋਂ ਸਾਨੂੰ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਡਾ ਬੇਟਾ ਡੈਡ ਆ, ਉਸ ਟਾਈਮ ਤੇ ਸਾਡੇ ਕਾਫੀ ਸਾਰੇ ਰਿਸ਼ਤੇਦਾਰ ਵੀ ਉੱਥੇ ਆਏ ਹੋਏ ਸੀਗੇ। ਉਹਨਾਂ ਨੇ ਦੂਸਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਭ ਨੂੰ ਦੱਸ ਦਿੱਤਾ ਕਿ ਅਗਮ ਜਿਹੜਾ ਵਾ ਉਹਦੀ ਡੈਥ ਹੋ ਚੁੱਕੀ ਆ
ਤੇ ਉਸ ਤੋਂ ਬਾਅਦ ਸਾਰੇ ਰਿਲੇਟਿਵ ਜਿਹੜੇ ਉਹ ਸਾਡੇ ਘਰ ਵਿੱਚ ਇਕੱਠੇ ਹੋ ਗਏ ਸੀਗੇ ਤੇ ਬੱਚੇ ਦੀ ਅੰਤਿਮ ਸੰਸਕਾਰ ਦੀ ਜਿਹੜੀ ਸੀਗੀ ਉਹਦੇ ਲਈ ਸਾਰਾ ਕੁਝ ਸਮਾਨ ਵਗੈਰਾ ਲੈ ਕੇ ਉਹਨਾਂ ਨੇ ਮਤਲਬ ਕਿ ਸਾਡੇ ਜਾਂਦਿਆਂ ਨੂੰ ਸਭ ਕੁਝ ਤਿਆਰੀ ਕੀਤੀ ਹੋਈ ਸੀਗੀ ਕਿ ਜਦੋਂ ਬੱਚਾ ਘਰ ਆਏਗਾ ਉਹਨੂੰ ਨਵਾ ਕੇ ਤੇ ਉਹਦਾ ਮਤਲਬ ਕਿ ਜੋ ਵੀ ਆਖਰੀ ਵਿੱਚ ਉਹਦੇ ਮਤਲਬ ਕਿ ਜੋ ਕੰਮ ਕਰਨੇ ਨੇ ਉਹ ਮਤਲਬ ਕਿ ਸ਼ਮਸ਼ਾਨ ਘਾਟ ਲੈ ਕੇ ਉਹਦਾ ਸੰਸਕਾਰ ਕਰ ਦੇਵਾਂਗੇ। ਫਿਰ ਜਦੋਂ ਡਾਕਟਰ ਨੇ ਸਾਨੂੰ ਜਵਾਬ ਦੇ ਦਿੱਤਾ ਤੇ ਅਸੀਂ ਆਪਣੇ ਬੇਟੇ ਨੂੰ ਲੈ ਕੇ ਘਰ ਆ ਗਏ। ਤੇ ਜਦੋਂ ਅਸੀਂ ਘਰ ਆਏ ਉਸ ਟਾਈਮ ਤੇ ਸਾਰੇ ਰਿਸ਼ਤੇਦਾਰ, ਸਾਰੇ ਲਾਗੇ ਚਾਗੇ ਵਾਲੇ ਲੋਕ ਜਿਹੜੇ ਉਹ ਮੇਰੇ ਘਰ ਵਿੱਚ ਇਕੱਠੇ ਹੋਏ ਸੀ ਮੇਰੇ ਬੇਟੇ ਦਾ ਸੋਗ ਕਰਨ ਦੇ ਲਈ। ਸਭ ਨੇ ਚਿੱਟੀਆਂ ਚੁੰਨੀਆਂ ਲਈਆਂ ਹੋਈਆਂ ਸੀਗੀਆਂ ਤੇ ਸਾਰੇ ਉੱਥੇ ਰੋ ਕਲਪ ਰਹੇ ਸੀਗੇ ਬੱਚੇ ਦੇ ਲਈ। ਜਦੋਂ ਸਾਡੇ ਪਰਿਵਾਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋ ਚੁੱਕਿਆ ਸੀਗਾ ਉਸ ਟਾਈਮ ਤੇ ਵੀ ਮੇਰਾ ਵਿਸ਼ਵਾਸ ਜਿਹੜਾ ਆ ਉਹ ਪ੍ਰਭੂ ਯੀਸ਼ੂ ਮਸੀਹ ਤੇ ਸੀਗਾ। ਔਰ ਮੈਂ ਬਾਰ-ਬਾਰ ਇਹੀ ਵਚਨ ਦੁਹਰਾ ਰਹੀ ਸੀਗੀ ਕਿ ਪਰਮੇਸ਼ਵਰ ਤੇਰੇ ਵਚਨ ਵਿੱਚ ਲਿਖਿਆ ਗਿਆ ਹੈ ਕਿ ਧਰਮੀ ਦਾ ਵੰਸ਼ ਬਚਾਇਆ ਜਾਏਗਾ, ਧਰਮੀ ਦਾ ਵੰਸ਼ ਜਿਹੜਾ ਪਰਾਕਰਮੀ ਬਣੇਗਾ, ਕਿਉਂਕਿ ਮੇਰੇ ਬੇਟੇ ਅਗਮ ਦੇ ਘਰ ਦਾ ਨਾਮ ਵੰਸ਼ ਸੀ। ਔਰ ਮੈਂ ਬਾਰ-ਬਾਰ ਇਹੀ ਵਚਨ ਜਿਹੜਾ ਆ ਉਹ ਬੋਲ ਰਹੀ ਸੀ ਕਿ ਮੇਰੇ ਬੱਚੇ ਨੂੰ ਪਰਮਾਤਮਾ ਤੂੰ ਹੀ ਬਚਾਏਗਾ, ਤੂੰ ਹੀ ਉਹਨੂੰ ਬਚਾ ਸਕਦਾ ਆ। ਫਿਰ ਮੈਂ ਔਰ ਮੇਰੇ ਹਸਬੈਂਡ ਮੇਰੇ ਬੇਟੇ ਨੂੰ ਦੂਸਰੇ ਹਸਪੀਟਲ ਅੰਮ੍ਰਿਤਸਰ ਦੇ ਵੱਡੇ ਹਸਪੀਟਲ ਵਿੱਚ ਲੈ ਕੇ ਗਏ, ਜਿੱਥੇ ਡਾਕਟਰ ਨੇ ਇਹਦੀਆਂ ਰਿਪੋਰਟਸ ਦੇਖ ਕੇ ਜੋ ਪਹਿਲੇ ਹਸਪੀਟਲ ਨੇ ਸਾਨੂੰ ਕਿਹਾ ਸੀਗਾ ਉਹੀ ਸੇਮ ਚੀਜ਼ ਕਹੀ ਕਿ ਤੁਹਾਡੇ ਬੇਟੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਆ, ਇਹਦਾ 70-80% ਜਿਹੜਾ ਬ੍ਰੇਨ ਆ ਉਹ ਡੈਮੇਜ ਹੋ ਚੁੱਕਿਆ ਆ ਤੇ ਅਸੀਂ ਇਹਦੀ ਕੋਈ ਗਰੰਟੀ ਨਹੀਂ ਲੈ ਸਕਦੇ ਕਿ ਕਦੋਂ ਤੱਕ ਹੋਸ਼ 'ਚ ਆਏਗਾ ਜਾਂ ਕਦੋਂ ਤੱਕ ਠੀਕ ਹੋਏਗਾ। ਉੱਥੇ ਵੀ ਉਹਨਾਂ ਨੇ ਇਹਨੂੰ ICU ਵਿੱਚ ਵੈਂਟੀਲੇਟਰ ਉੱਪਰ ਜਿਹੜਾ ਵਾ ਉਹ ਪਾ ਦਿੱਤਾ। ਜਦੋਂ ਮੇਰਾ ਬੇਟਾ ICU 'ਚ ਸੀਗਾ ਵੈਂਟੀਲੇਟਰ ਤੇ ਬਿਲਕੁਲ ਹੋਸ਼ ਨਹੀਂ ਕਰ ਰਿਹਾ ਸੀਗਾ, ਬਿਲਕੁਲ ਬੇਸੁੱਧ ਪਿਆ ਸੀਗਾ, ਬਿਲਕੁਲ ਅਨਕੌਂਸ਼ੀਅਸ ਪਿਆ ਸੀਗਾ। ਤੇ ਉਸ ਟਾਈਮ ਤੇ ਉਹਦੀ ਕੰਡੀਸ਼ਨ ਨੂੰ ਦੇਖ ਕੇ ਮੈਂ ਤੇ ਮੇਰੇ ਹਸਬੈਂਡ ਬਹੁਤ ਰੋਂਦੇ ਸੀਗੇ ਕਿ ਪਤਾ ਨਹੀਂ ਸਾਡੇ ਬੱਚੇ ਦੇ ਨਾਲ ਕੀ ਹੋਣਾ ਆ ਕੀ ਨਹੀਂ ਹੋਣਾ, ਉਹ ਕਦੋਂ ਤੱਕ ਰਿਕਵਰ ਹੋਏਗਾ, ਕਿਉਂਕਿ ਡਾਕਟਰ ਨੇ ਸਾਨੂੰ ਕਿਹਾ ਸੀਗਾ ਕਿ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਕਿ ਇਹ ਕਦੋਂ ਹੋਸ਼ 'ਚ ਆਏਗਾ ਕਦੋਂ ਨਹੀਂ ਹੋਸ਼ 'ਚ ਆਏਗਾ। ਉਸ ਤੋਂ ਅਗਲੇ ਦਿਨ ਮੈਂ ਖਾਂਬਰਾ ਚਰਚ ਵਿੱਚ ਆਈ ਸੀਗੀ ਕਿ ਮੈਂ ਆਪਣੇ ਬੱਚੇ ਦੀ ਪ੍ਰੇਅਰ ਉੱਥੋਂ ਕਰਵਾ ਕੇ ਆਣੀ ਆ। ਫਿਰ ਜਦੋਂ ਮੈਂ ਰਿਸੈਪਸ਼ਨ ਤੇ ਆਈ ਤੇ ਰਿਸੈਪਸ਼ਨ ਤੇ ਜਿਹੜੀ ਟੀਮ ਬੈਠੀ ਸੀਗੀ ਉਹਨਾਂ ਨੇ ਮੈਨੂੰ ਪ੍ਰੇਅਰ ਆਇਲ ਦਿੱਤਾ ਔਰ ਨਾਲ ਹੀ ਇੱਕ ਮੇਲ ID ਦਿੱਤੀ ਹਸਪੀਟਲ ਪ੍ਰੇਅਰ ਲਾਈਨ ਤੇ ਬੋਲਿਆ ਕਿ ਇੱਥੇ ਤੁਸੀਂ ਆਪਣੀ ਜਿਹੜੀ ਆ ਰਿਕੁਐਸਟ ਸੈਂਡ ਕਰੋ ਔਰ ਅਪੋਸਟਲ ਜੀ ਤੁਹਾਡੇ ਬੱਚੇ ਤੇ ਜ਼ੂਮ ਦੇ ਥਰੂ ਜਿਹੜੀ ਆ ਲੇ ਹੈਂਡ ਪ੍ਰੇਅਰ ਕਰਨਗੇ। ਫਿਰ ਜਦੋਂ ਮੈਂ ਹਸਪੀਟਲ ਲਾਈਨ Gmail ਤੇ ਆਪਣੇ ਬੱਚੇ ਦੀ ਰਿਕੁਐਸਟ ਭੇਜੀ ਤੇ ਫਿਰ 17 ਮਾਰਚ 2022 ਨੂੰ ਅਪੋਸਟਲ ਜੀ ਨੇ ਜ਼ੂਮ ਐਪ ਦੇ ਜ਼ਰੀਏ ਮੇਰੇ ਬੇਟੇ ਉੱਪਰ ਲੇ ਹੈਂਡ ਪ੍ਰਾਰਥਨਾ ਕੀਤੀ ਔਰ ਉਹਨਾਂ ਨੇ ਇਹਦੇ ਲਈ ਪ੍ਰੋਫੈਟਿਕ ਵਰਡ ਰਿਲੀਜ਼ ਕੀਤੇ ਕਿ ਅਗਮ ਤੂੰ ਅਗਮ ਵਾਕ ਕਰੇਗਾ। ये कौन है? अगम हॉस्पिटल से, लगता है ICU से। अगम ब्रेन इंजरी इन जीसस नेम। हाँ जी। क्या ये हॉस्पिटल में है? हाँ जी पापा जी। क्या हुआ इसको? ਪਾਪਾ ਜੀ ਨਾ ਘਰੇ ਖੇਲ ਰਿਹਾ ਸੀਗਾ, ਰੱਸੀ ਦੇ ਉੱਪਰ ਝੂੜੇ ਲੈ ਰਿਹਾ ਸੀਗਾ ਤੇ ਉਹ ਤੋਂ ਨਾ ਰੱਸੀ ਇੱਕਦਮ ਮੇਰੇ ਗਲੇ 'ਚ ਪਤਾ ਨਹੀਂ ਕਿੱਦਾਂ ਅਟਕ ਗਈ। ਮੈਂ ਜਦੋਂ ਰੱਸੀ ਤੋਂ ਉਤਾਰਨ ਲੱਗੀ ਤੇ ਮੇਰੇ ਹੱਥਾਂ 'ਚੋਂ ਨੀਚੇ ਡਿੱਗ ਗਿਆ ਫਰਸ਼ ਤੇ। ਉਹਦੇ ਸਿਰ ਵਿੱਚ ਸੱਟ ਲੱਗੀ, ਪੂਰੇ ਬ੍ਰੇਨ ਡੈਮੇਜ ਹੋਇਆ, ਥੋੜਾ ਚੈਸਟ ਵਿੱਚ ਇਨਫੈक्शन आई। ब्रेन डैमेज हो गया कैसे? गिरने के कारण? हाँ जी, गिरने के कारण। ओके, थैंक यू लॉर्ड इसको हील करने के लिए, इसको डिलीवर करने के लिए। इसका नाम क्या है? अगम 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 बी हील्ड, बी हील। ब्रेन पूरी तरह से हील हो, पूरी तरह से, पूरी रीति के साथ, पूरी रीति के साथ, पूरी रीति के साथ, पूरी रीति के साथ। एक्सपेक्टेशन से पहले ये रिकवर करे, हील करे, राइट नाउ हील हो इन जीसस ने, जीसस ने। अगम तू अगम वाक करे बड़ा होके इन जीसस ने। ਜਦੋਂ ਪਰਮੇਸ਼ਵਰ ਦੇ ਦਾਸ ਨੇ ਜ਼ੂਮ ਐਪ ਦੇ ਦੁਆਰਾ ਮੇਰੇ ਬੇਟੇ ਉੱਪਰ ਲੇ ਹੈਂਡ ਪ੍ਰਾਰਥਨਾ ਕੀਤੀ ਉਸ ਟਾਈਮ ਤੇ ਮੈਨੂੰ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋਈ, ਬਹੁਤ ਜ਼ਿਆਦਾ ਰਿਲੈਕਸ ਫੀਲ ਹੋਇਆ ਕਿ ਪਰਮਾਤਮਾ ਨੇ ਮੇਰੇ ਬੇਟੇ ਨੂੰ ਛੂਇਆ। ਉਹਦੇ ਲਈ ਪ੍ਰੋਫੈਟਿਕ ਵਰਡ ਰਿਲੀਜ਼ ਕੀਤੇ, ਮੇਰਾ ਬੇਟਾ ਬਿਲਕੁਲ ਹੀਲ ਹੋ ਚੁੱਕਿਆ ਆ। ਅਗਲੇ ਦਿਨ ਸਵੇਰੇ ਜਦੋਂ ਮੇਰੇ ਹਸਬੈਂਡ ICU 'ਚ ਮੇਰੇ ਬੇਟੇ ਨੂੰ ਦੇਖਣ ਲਈ ਗਏ ਤੇ ਉਸ ਟਾਈਮ ਤੇ ਇਹਨੇ ਅੱਖਾਂ ਖੋਲੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਪਛਾਣ ਕੇ ਤੇ ਰੋ ਰਿਹਾ ਸੀਗਾ ਤੇ ਉੱਥੇ ਜਿੰਨਾ ਵੀ ਸਟਾਫ ਤੇ ਡਾਕਟਰ ਸੀਗੇ ਉਹ ਸਭ ਦੇਖ ਕੇ ਹੈਰਾਨ ਹੋ ਰਹੇ ਸੀਗੇ ਕਿ 3 ਦਿਨ ਤੋਂ ਜਿਹੜਾ ਬਿਲਕੁਲ ਅਨਕੌਂਸ਼ੀਅਸ ਸੀਗਾ ਔਰ 70-80% ਦਾ ਬ੍ਰੇਨ ਡੈਮੇਜ ਹੋ ਚੁੱਕਿਆ ਸੀਗਾ ਉਹ ਬਿਲਕੁਲ ਠੀਕ ਕਿੱਦਾਂ ਹੋ ਸਕਦਾ ਹੈ ਔਰ ਆਪਣੇ ਘਰਦਿਆਂ ਨੂੰ ਬਿਲਕੁਲ ਪਛਾਣ ਰਿਹਾ ਹੈ। ਉਸ ਤੋਂ ਬਾਅਦ ਮੇਰੇ ਹਸਬੈਂਡ ਨੇ ਮੈਨੂੰ ਕਾਲ ਕਰਕੇ ਘਰੇ ਦੱਸਿਆ ਕਿ ਅਗਮ ਨੂੰ ਹੋਸ਼ ਆ ਗਈ ਹੈ ਤੇ ਉਸ ਤੋਂ ਬਾਅਦ ਮੈਂ ਜਲਦੀ ਤੋਂ ਜਲਦੀ ਹਸਪੀਟਲ ਪਹੁੰਚੀ। ਜਦੋਂ ਮੈਂ ਅੰਦਰ ICU ਵਿੱਚ ਉਹਦੇ ਕੋਲ ਗਈ ਤੇ ਉਹਨੇ ਮੈਨੂੰ ਵੀ ਪਹਿਚਾਨਿਆ ਔਰ ਮੇਰੇ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਮੈਨੂੰ ਜਲਦੀ ਤੋਂ ਜਲਦੀ ਘਰ ਲੈ ਕੇ ਜਾਓ। ਮੈਂ ਔਰ ਮੇਰੀ ਫੈਮਿਲੀ ਬਹੁਤ ਜ਼ਿਆਦਾ ਸ਼ੌਕਡ ਸੀਗੇ ਇਹ ਦੇਖ ਕੇ ਕਿ ਪ੍ਰੇਅਰ ਕਰਾਉਣ ਤੋਂ ਅਗਲੇ ਹੀ ਦਿਨ ਮੇਰਾ ਬੇਟਾ ਜਿਹੜਾ ਉਹ ਬਿਲਕੁਲ ਹੋਸ਼ ਵਿੱਚ ਆ ਚੁੱਕਿਆ ਸੀਗਾ। ਜਾਂ ਜਿਸ ਤਰ੍ਹਾਂ ਡਾਕਟਰਸ ਨੇ ਕਿਹਾ ਸੀਗਾ ਕਿ 70-80% ਦਾ ਬ੍ਰੇਨ ਡੈਮੇਜ ਹੋ ਚੁੱਕਿਆ ਹੈ ਔਰ ਕਦੀ ਠੀਕ ਨਹੀਂ ਹੋਏਗਾ, ਲੇਕਿਨ ਪ੍ਰਾਰਥਨਾ ਤੋਂ ਬਾਅਦ ਉਹਦਾ ਬ੍ਰੇਨ ਬਿਲਕੁਲ ਠੀਕ ਹੋ ਚੁੱਕਿਆ ਆ।
ये कोई रिस्पॉन्स नहीं कर रहा था जब से वेंटिलेटर पे था। ਹਾਂਜੀ ਬਾਬਾ ਜੀ ਬਿਲਕੁਲ ਅਨਕੌਂਸ਼ੀਅਸ ਪਿਆ ਸੀਗਾ, ਕੋਈ ਹੋਸ਼ ਨਹੀਂ ਸੀ, ਅੱਖਾਂ ਨਹੀਂ ਸੀ ਖੋਲਦਾ ਬਿਲਕੁਲ ਵੀ ਆਪਣੀਆਂ। ਤੇ ਡਾਕਟਰ ਕਹਿੰਦੇ ਸੀਗੇ ਕਿ ਅਗਰ ਇਹ ਬਚ ਵੀ ਗਿਆ ਤੇ ਇਹ ਬੈੱਡ ਤੇ ਹੀ ਰਹੇਗਾ, ਇਹ ਮਤਲਬ ਕਿ ਇਹਦਾ ਬ੍ਰੇਨ ਜਿਹੜਾ ਵਾ ਉਹ ਬਿਲਕੁਲ ਠੀਕ ਨਹੀਂ ਹੋ ਸਕਦਾ ਵੀ। आजा भी अगम, वो देखो ओ करना भला अपने लोटा देना, ओ करना भला अपने लोटा देना, यहोवा मेरा बादशाह, ओ करना भला सदा, यहोवा मेरा बादशाह, ओ करना भला सदा, ओ करना भला अपने लोटा देना, ओ करना भला अपने लोटा देना, ओदा बकरा अदा दे सदा, यहोवा मेरा बादशाह, ओ करना भला सदा, यहोवा मेरा बादशाह, ओ करना भला सदा। एक बार इतना जोर से हालेलुया बोलो, खामरा गेट के बाहर आवाज आनी चाहिए। हालेलुया! अकेला अगम बोलेगा हालेलुया। अगम आज अगम बात करने हालेलुया बोल के, हालेलुया बोलना है जोर से। भला अपने लोटा देना, भला अपने लोटा देना, ओदा बकरा अदा दे सदा, यहोवा मेरा बादशाह, ओ करना भला सदा। ਜਿਸ ਬੱਚੇ ਨੂੰ ਡਾਕਟਰਸ ਨੇ ਡੈਡ ਡਿਕਲੇਅਰ ਕਰ ਦਿੱਤਾ ਸੀਗਾ, ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਬਿਲਕੁਲ ਠੀਕ ਠਾਕ ਜ਼ਿੰਦਾ ਜਾਗਦਾ ਸਾਡੇ ਵਿੱਚ ਮੌਜੂਦ ਹੈ। ਜਦੋਂ ਸਾਨੂੰ ਡਿਸਚਾਰਜ ਮਿਲਿਆ ਤੇ ਅਸੀਂ ਬੱਚੇ ਨੂੰ ਲੈ ਕੇ ਘਰ ਗਏ ਤੇ ਉਸ ਟਾਈਮ ਤੇ ਲੋਕ ਇਹਨੂੰ ਦੇਖ ਕੇ ਹੈਰਾਨ ਹੁੰਦੇ ਸੀਗੇ ਔਰ ਵਿਸ਼ਵਾਸ ਨਹੀਂ ਕਰ ਪਾ ਰਹੇ ਸੀਗੇ ਕਿ ਇਹ ਚਮਤਕਾਰ ਕਿੱਦਾਂ ਹੋਇਆ। ਫਿਰ ਅਸੀਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੀ ਸਮਰਥ ਬਾਰੇ, ਦੀ ਤਾਕਤ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਪਰਮੇਸ਼ਵਰ ਤੀਸਰੇ ਦਿਨ ਆਪ ਮੁਰਦਿਆਂ ਵਿੱਚੋਂ ਜੀ ਉੱਠੇ ਸੀਗੇ, ਉਸੇ ਤਰ੍ਹਾਂ ਉਹਨਾਂ ਨੇ ਉਸ ਸਮਰਥ ਦੇ ਨਾਲ ਮੇਰੇ ਬੱਚੇ ਨੂੰ ਬਿਲਕੁਲ ਠੀਕ ਠਾਕ ਕਰ ਦਿੱਤਾ ਹੈ ਔਰ ਬਿਲਕੁਲ ਰਿਕਵਰ ਹੋ ਚੁੱਕਿਆ ਹੈ। ਮੈਂ ਸਾਰੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਪ੍ਰਭੂ ਯਿਸੂ ਮਸੀਹ ਉੱਪਰ ਵਿਸ਼ਵਾਸ ਕਰੋ, ਕਿਉਂਕਿ ਉਹ ਸਾਮਰਥ, ਉਹ ਤਾਕਤ ਜਿਹੜੀ ਇੱਕ ਮੁਰਦਾ ਬੱਚੇ ਨੂੰ ਜ਼ਿੰਦਾ ਕਰ ਸਕਦੀ ਹੈ, ਉਹ ਇਸ ਦੁਨੀਆ ਵਿੱਚ ਕੁਝ ਵੀ ਕਰਨ ਦੀ ਤਾਕਤ ਰੱਖਦੀ ਹੈ। मैं अपने बेटे की इस वड्डी चंगियाई और गवाही के लिए प्रभु यीशु मसीह का बहुत बहुत धन्यवाद करती हाँ और उन्होंने दास का भी बहुत बहुत धन्यवाद करती हाँ। सब नूं जय मसीह दी। आज ये बहन अपने जीवन की गवाही दे रहे हैं कि कैसे परमेश्वर ने अपने अनदेखे सामर्थी हाथ के द्वारा इस बहन को छूकर दुष्ट आत्मा और पागलपन से आज़ाद किया। आइए देखते हैं इनकी गवाही को। सारे जय मसीह दी। मेरा नाम अमरजीत है, ये मेरा बेटा नौशिल। असी गुरदासपुर के रहने वाले हैं। ਅੱਜ मैं अपनी ज़िंदगी की बहुत वड्डी गवाही देन जा रही ਹਾਂ। 2003 ਵਿੱਚ ਮੇਰੀ ਮੈਰਿਜ ਹੋਈ। ਸਾਡੀ ਮੈਰਿਜ ਲਾਈਫ ਬਹੁਤ ਵਧੀਆ ਚੱਲ ਰਹੀ ਸੀ। 2009 ਵਿੱਚ ਜਦੋਂ ਮੈਂ ਇੱਕ ਰਾਤ ਸੁੱਤੀ ਉੱਠੀ ਤਾਂ ਦੇਖਿਆ ਵਿਹੜੇ ਵਿੱਚ ਤੇ ਖੂਨ ਦੇ ਛਿੱਟੇ ਪਏ ਹੋਏ ਸੀ। ਪਹਿਲੇ ਦਿਨ ਜਦੋਂ ਖੂਨ ਦੇ ਛਿੱਟੇ ਸਾਡੇ ਘਰ ਪਏ ਤਾਂ ਮੈਂ ਅਣਦੇਖਿਆ ਜਿਹਾ ਕਰਤਾ ਕਿ ਕੋਈ ਜਾਨਵਰ ਲੰਘਿਆ ਹੋਵੇਗਾ ਜਾਂ ਕੋਈ ਬਿੱਲੀ। ਜਦੋਂ ਸਾਡੇ ਘਰ ਲਗਾਤਾਰ ਖੂਨ ਦੇ ਛਿੱਟੇ ਪੈਂਦੇ ਰਹੇ ਫਿਰ ਮੈਨੂੰ ਵਿਸ਼ਵਾਸ ਹੋਇਆ ਕਿ ਮੇਰੇ ਤੇ ਸਾਡੇ ਪਰਿਵਾਰ ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ। ਉਸ ਜਾਦੂ ਟੂਣੇ ਦੇ ਬਾਅਦ ਮੇਰੇ ਤੇ ਅਟੈਕ ਹੋਣੇ ਸ਼ੁਰੂ ਹੋ ਗਏ। ਮੇਰੇ ਕਦੇ ਕਦੇ ਜਦ ਮੈਂ ਇਕੱਲੀ ਘਰ ਹੁੰਦੀ ਸੀ
ਤੇ ਮੇਰੇ ਬੱਚਿਆਂ ਦੀ ਆਵਾਜ਼ ਵਿੱਚ ਮੈਨੂੰ ਇਦਾਂ ਲੱਗਣਾ ਕਿਸੇ ਨੇ ਮੈਨੂੰ ਆਵਾਜ਼ ਮਾਰੀ ਆ। ਤੇ ਜਦ ਮੈਂ ਵਾਪਸ ਜਾ ਕੇ ਦੇਖਣਾ ਗੇਟ ਤੇ ਕਿਸੇ ਨੇ ਵੀ ਨਾ ਉੱਥੇ ਹੋਣਾ, ਤੇ ਮੈਂ ਇੱਕਦਮ ਇਕੱਲੀ ਘਬਰਾ ਜਾਂਦੀ ਹੁੰਦੀ ਸੀ ਕਿ ਇਹ ਕਿਸ ਤਰ੍ਹਾਂ ਮੇਰੇ ਨਾਲ ਹੋ ਰਿਹਾ। ਉਸ ਜਾਦੂ ਟੂਣੇ ਦਾ ਮੇਰੇ ਤੇ ਇੰਨਾ ਪ੍ਰਭਾਵ ਪੈ ਚੁੱਕਾ ਸੀਗਾ ਕਿ ਜਦੋਂ ਰਾਤ ਨੂੰ ਮੈਂ ਸੋਣਾ ਤੇ ਇਸ ਤਰ੍ਹਾਂ ਮੈਨੂੰ ਲੱਗਣਾ ਕਿ ਜਿੱਦਾਂ ਮੇਰਾ ਕਿਸੇ ਨੇ ਗੇਟ ਖੋਲ੍ਹ ਕੇ ਉਹ ਚੀਜ਼ ਮੇਰੇ ਮਤਲਬ ਕੋਲ ਕੋਈ ਆ ਚੁੱਕੀ ਆ। ਕਾਲਾ ਛਾਇਆ ਜਿਹਾ ਹੋਣਾ, ਮੈਂ ਇੰਨਾ ਡਰਨਾ, ਇੰਨਾ ਘਬਰਾਹਟ ਮੈਨੂੰ ਹੋਣੀ ਕਿ ਮੈਂ ਉੱਚੀ ਉੱਚੀ ਚੀਕਾਂ ਮਾਰਨ ਲੱਗ ਪੈਣੀਆਂ। ਇਸ ਤਰ੍ਹਾਂ ਪੂਰਾ ਪਰਿਵਾਰ, ਸਾਡੇ ਆਂਢੀ ਗੁਆਂਢੀਆਂ ਨੇ ਵੀ ਦੇਖਣਾ ਕਿ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੋਈ ਆ। ਪਰ ਮੈਂ ਇੰਨਾ ਮੁੜ ਕੇ ਸੁਬਾਹ ਉੱਠਣਾ, ਮੈਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਰਹੀ। ਇਸ ਜਾਦੂ ਟੂਣੇ ਦਾ ਪ੍ਰਭਾਵ ਮੇਰੇ ਤੇ ਇੰਨਾ ਹੋ ਚੁੱਕਿਆ ਸੀਗਾ ਕਿ ਮੈਂ ਬਿਲਕੁਲ ਮੈਂਟਲੀ ਐਬਸੈਂਟ ਹੋ ਚੁੱਕੀ ਸੀਗੀ। ਮੈਂ ਆਪਣੇ ਪਰਿਵਾਰ ਨੂੰ ਵੀ ਕੁਛ ਵੀ ਨਹੀਂ, ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੀ। ਮੇਰੇ ਬੱਚੇ ਛੋਟੇ ਛੋਟੇ ਸੀਗੇ ਤੇ ਮੈਂ ਇਹਨਾਂ ਕਦੀ ਮੈਨੂੰ ਬੁਲਾਉਣਾ ਵੀ ਤੇ ਮੈਂ ਕੁਛ ਵੀ ਇਹਨਾਂ ਨਾਲ ਬੋਲਣਾ ਚਾਲਣਾ ਨਾ। ਉਸ ਤੋਂ ਬਾਅਦ ਮੇਰੀ ਮੈਰਿਜ ਲਾਈਫ ਇੰਨੀ ਖਰਾਬ ਹੋ ਚੁੱਕੀ ਸੀਗੀ ਕਿ ਸਾਡੇ ਹਸਬੈਂਡ ਵਾਈਫ ਦਾ ਇੰਨਾ ਲੜਾਈ ਝਗੜਾ ਹੋਣਾ, ਬਹੁਤ ਜ਼ਿਆਦਾ ਲੜਾਈ ਝਗੜਾ ਹੋਣਾ। ਉਹਨਾਂ ਨੇ ਕਹਿਣਾ ਕਿ ਤੁਸੀਂ ਬੱਚਿਆਂ ਦਾ ਖਾਣਾ ਨਹੀਂ ਬਣਾਉਂਦੇ ਜਾਂ ਕੋਈ ਕੰਮ ਕਾਰ ਨਹੀਂ ਕਰਦੇ, ਲੇਕਿਨ ਮੈਨੂੰ ਕੋਈ ਸੁੱਧ ਬੁੱਧ ਨਹੀਂ ਹੁੰਦੀ ਕਿ ਮੈਨੂੰ ਕਿਸ ਤਰ੍ਹਾਂ। ਇਸੇ ਵਜ੍ਹਾ ਕਰਕੇ ਸਾਡਾ ਉਹ ਮਾਰਨ ਕੁੱਟਣ ਵੀ ਲੱਗ ਪਏ। ਫਿਰ ਜਦੋਂ ਉਹਨਾਂ ਮਾਰਨਾ ਕੁੱਟਣਾ, ਮੈਨੂੰ ਇਸ ਤਰ੍ਹਾਂ ਲੱਗਣਾ ਕਿ ਮੇਰਾ ਇੱਥੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਜਦ ਮੈਂ ਨਿਕਲ ਜਾਣਾ, ਘਰੋਂ ਚਲ ਜਾਣਾ, ਮੈਨੂੰ ਖੁਦ ਨੂੰ ਕੋਈ ਸਮਝ ਨਹੀਂ ਲੱਗਦੀ ਹੁੰਦੀ ਕਿ ਮੈਂ ਕਿੱਥੇ ਚੱਲੀ ਹਾਂ ਜਾਂ ਕਿੱਦਾਂ। ਜਦ ਮੈਂ ਚਲੇ ਜਾਣਾ ਆਪਣੇ ਰਿਸ਼ਤੇਦਾਰਾਂ ਕੋਲ, ਤਾਂ ਫਿਰ ਮੈਨੂੰ ਜਾ ਕੇ ਪਤਾ ਲੱਗਣਾ ਕਿ ਹਾਂ ਮੈਂ ਇੱਥੇ ਆ ਚੁੱਕੀ ਹਾਂ। ਐਨ ਠੀਕ ਜਿਹਾ ਹੋਣਾ, ਹੋਸ਼ ਵਾਸ ਉਹਨਾਂ ਕਹਿਣਾ ਕਿ ਆਪਣੇ ਬੱਚਿਆਂ ਕੋਲ ਚਲ ਜਾ। ਫਿਰ ਮੈਂ ਆਉਣਾ, ਫਿਰ ਮੇਰਾ ਉਹੀ ਹਾਲ ਹੋਣਾ। ਮੈਨੂੰ ਕੋਈ ਸਮਝਣਾ ਆਉਣੀ ਕਿ ਮੈਂ ਇਹਨਾਂ ਨੂੰ, ਆਪਣੇ ਬੱਚਿਆਂ ਨੂੰ, ਮੈਂ ਇੱਥੋਂ ਤੱਕ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਬਹੁਤ ਕੁੱਟਦੀ ਹੁੰਦੀ, ਇੰਨਾ ਮਾਰਨਾ ਆਪਣੇ ਬੱਚਿਆਂ ਨੂੰ ਕਿ ਮੈਨੂੰ ਕੁਛ ਸਮਝ ਨਾ ਲੱਗਣੀ। ਤੇ ਫਿਰ ਇਦਾਂ ਹੀ ਮੈਂ ਹੌਲੀ ਹੌਲੀ ਆਂਢੀਆਂ ਗੁਆਂਢੀਆਂ ਨਾਲ ਵੀ ਬਹੁਤ ਲੜਨਾ ਸ਼ੁਰੂ ਕਰ ਦਿੱਤਾ। ਬਿਨ ਮਤਲਬ ਤੋਂ ਮੈਂ ਲੜਾਈ ਸ਼ੁਰੂ ਕਰ ਲੈਣੀ। ਉਹਦੇ ਬਾਅਦ ਉਹਨਾਂ ਨੇ ਵੀ ਗੁੱਸੇ ਨਾਲ ਕਈ ਵਾਰੀ ਮੈਨੂੰ ਮਾਰਨਾ ਕੁੱਟਣਾ ਸਾਰਿਆਂ ਪੈ ਜਾਣਾ ਕਿ ਹਰ ਟਾਈਮ ਸਾਡੇ ਨਾਲ ਲੜਦੀ ਝਗੜਦੀ ਰਹਿੰਦੀ ਹੈ। ਇਸ ਵਜ੍ਹਾ ਕਰਕੇ ਫਿਰ ਸਾਡੇ ਦੋਨੋਂ ਹਸਬੈਂਡ ਵਾਈਫ ਦਾ ਤਲਾਕ ਤੱਕ ਵੀ ਸਾਡੇ ਗੱਲ ਪਹੁੰਚ ਗਈ। ਜਦੋਂ ਮੇਰੀ ਮੰਮੀ ਤੇ ਇਹ ਅਟੈਕ ਹੋਣੇ ਸ਼ੁਰੂ ਹੋਏ, ਉਦੋਂ ਮੇਰੀ ਉਮਰ 6 ਸਾਲ ਦੀ ਸੀ। ਫਿਰ ਮੈਂ ਜਿਵੇਂ ਜਿਵੇਂ ਹੋਸ਼ ਸੰਭਾਲੀ, ਇਹ ਅਟੈਕ ਮੇਰੇ ਮਦਰ ਤੇ ਹੋਰ ਵੀ ਜ਼ਿਆਦਾ ਵੱਧਦੇ ਗਏ। ਇਹਨਾਂ ਨੂੰ ਦੁਸ਼ਟ ਆਤਮਾ ਦੇ ਅਟੈਕ ਇੰਨੇ ਜ਼ਿਆਦਾ ਹੁੰਦੇ ਸੀਗੇ ਕਿ ਇਹ ਆਪਣੀ ਸੁੱਧ ਬੁੱਧ ਪੂਰੀ ਤਰ੍ਹਾਂ ਖੋ ਚੁੱਕੇ ਸੀਗੇ। ਇਹਨਾਂ ਨੂੰ ਪੂਰੀ ਤਰ੍ਹਾਂ ਮੈਂਟਲੀ ਡਿਸਆਰਡਰ ਹੋ ਚੁੱਕੇ ਸੀਗੇ। ਇਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਦੀ ਸੀਗੀ ਅਤੇ ਆਪਣੀ ਪੂਰੀ ਫੈਮਿਲੀ ਦਾ ਸਾਡਾ ਸਰਕਲ ਖ਼ਰਾਬ ਹੋ ਚੁੱਕਿਆ ਸੀ। ਫੈਮਿਲੀ ਦੇ ਵਿੱਚ ਕੋਈ ਸ਼ਾਂਤੀ ਨਹੀਂ ਸੀਗੀ ਕਿਉਂਕਿ ਮੇਰੇ ਮੰਮਾ ਪੂਰੀ ਤਰ੍ਹਾਂ ਜਦੋਂ ਸੁੱਧ ਬੁੱਧ ਖੋ ਚੁੱਕੇ ਸੀ। ਨਾ ਇਹਨਾਂ ਨੇ ਘਰ ਦੇ ਵਿੱਚ ਕੋਈ ਕੰਮ ਕਰਨਾ, ਨਾ ਰੋਟੀ ਪਾਣੀ ਬਣਾਉਣਾ, ਨਾ ਸਾਫ਼ ਸਫਾਈ ਕਰਨੀ, ਜਿਸ ਦੇ ਕਾਰਨ ਕਿ ਮੇਰੇ ਮਦਰ ਫਾਦਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਸੀਗਾ। ਜਿਵੇਂ ਕਿ ਇੱਕ ਪਾਗਲ ਵਿਅਕਤੀ ਹੁੰਦਾ ਕਿ ਜਿਹਨੂੰ ਕੁਝ ਵੀ ਨਹੀਂ ਪਤਾ ਹੁੰਦਾ, ਇਵੇਂ ਮੇਰੇ ਮਦਰ ਹੋ ਚੁੱਕੇ ਸੀਗੇ ਕਿਉਂਕਿ ਇਹਨਾਂ ਨੇ ਘਰੋਂ ਚੱਲ ਜਾਣਾ ਸਵੇਰ ਦੇ, ਇਹਨਾਂ ਨੇ ਘਰ ਘਰ ਫਿਰਦੇ ਰਹਿਣਾ, ਸ਼ਾਮ ਤੱਕ ਐਵੇਂ ਹੀ ਲੋਕਾਂ ਨਾਲ ਗੱਲਾਂ ਮਾਰਦੇ ਰਹਿਣਾ। ਫਿਰ ਇਹਨਾਂ ਨੂੰ ਬਹੁਤ ਜਲਦੀ ਗੁੱਸਾ ਚੜ੍ਹ ਜਾਂਦਾ ਸੀਗਾ। ਇਹ ਲੋਕਾਂ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੇ ਸੀਗੇ। ਇੱਥੋਂ ਤੱਕ ਕਿ ਮੇਰੇ ਮੰਮੀ ਦਾ ਲੋਕਾਂ ਦੇ ਇੱਟਾਂ ਰੋੜੇ ਵੀ ਚਲਾਉਣੇ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਅਤੇ ਜਿਸ ਦੇ ਕਾਰਨ ਯਾਨੀ ਕਿ ਸਾਡੇ ਆਂਢ ਗੁਆਂਢ ਸਾਨੂੰ ਬੁਲਾਉਂਦਾ ਨਹੀਂ ਹੁੰਦਾ ਸੀਗਾ। ਸਾਡੇ ਆਂਢ ਗੁਆਂਢ ਸਾਡੇ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਪਏ ਸੀਗੇ। ਇਹਨਾਂ ਦੇ ਦਿਮਾਗ 'ਤੇ ਇੰਨਾ ਜ਼ਿਆਦਾ ਅਸਰ ਪੈ ਗਿਆ ਸੀਗਾ ਕਿ ਮੇਰੇ ਮੰਮੀ ਦਾ ਅਗਰ ਦਿਲ ਕਰਨਾ, ਇਹਨਾਂ ਨੂੰ ਰਾਤ ਦੇ 1 ਵਜੇ ਘਰੋਂ ਚੱਲ ਜਾਣਾ। ਇਹਨਾਂ ਦਾ ਦਿਲ ਕਰਨਾ, ਇਹਨਾਂ ਦੁਪਹਿਰ ਦੇ 1 ਵਜੇ ਘਰੋਂ ਚੱਲ ਜਾਣਾ ਅਤੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿੱਥੇ ਜਾਣਾ। ਜਦੋਂ ਮੇਰੇ ਮਦਰ ਇੱਦਾਂ ਪਾਗਲਾਂ ਵਾਂਗੂ ਹਰਕਤਾਂ ਕਰਦੇ ਸੀ, ਸਾਡੀ ਸਟੱਡੀ ਲਾਈਫ 'ਤੇ ਸਾਡੀ ਲਾਈਫ 'ਤੇ ਬਹੁਤ ਜ਼ਿਆਦਾ ਸਾਡੇ 3 ਭੈਣ ਭਰਾਵਾਂ ਦੀ ਲਾਈਫ 'ਤੇ ਬਹੁਤ ਜ਼ਿਆਦਾ ਇਫੈਕਟ ਪਏ, ਜਿਸ ਦੇ ਕਾਰਨ ਕਿ ਸਾਨੂੰ ਆਪਣੇ ਮਦਰ ਨੂੰ ਵੱਲ ਦੇਖ ਕੇ ਬਹੁਤ ਦੁੱਖ ਹੁੰਦਾ ਕਿਉਂਕਿ ਜਦੋਂ ਅਸੀਂ ਲੋਕਾਂ ਵੱਲ ਦੇਖਦੇ ਸੀ, ਲੋਕਾਂ ਦੇ ਨਿਆਣਿਆਂ ਵੱਲ, ਕਿ ਲੋਕਾਂ ਦੀਆਂ ਮਾਵਾਂ ਬਾਕੀ ਨਿਆਣਿਆਂ ਨੂੰ ਸਾਂਭਦੀਆਂ ਨੇ, ਪਰ ਜਦੋਂ ਉਹ ਨਿਆਣੇ ਸਾਨੂੰ ਮਜ਼ਾਕ ਕਰਦੇ ਹੁੰਦੇ ਸੀਗੇ ਕਿ ਤੇਰੇ ਮਦਰ ਇੱਦਾਂ ਨੇ, ਤੇਰੇ ਫਾਦਰ ਇੱਦਾਂ ਨੇ, ਲੜਾਈ ਝਗੜਾ ਕਰਦੇ ਆ, ਅਤੇ ਉਸ ਦੇ ਕਾਰਨ ਸਾਡਾ ਦਿਲ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ। ਬਹੁਤ ਜ਼ਿਆਦਾ ਸ਼ਰਮਿੰਦਗੀ ਸਾਨੂੰ ਆਪਣੇ ਪੂਰੇ ਪਿੰਡ ਦੇ ਵਿੱਚ ਫੀਲ ਹੁੰਦੀ ਸੀ। ਮੇਰੇ ਮਦਰ 'ਤੇ ਜਦੋਂ ਇਹ ਅਟੈਕ ਹੁੰਦੇ ਸੀਗੇ ਅਤੇ ਮੇਰੇ ਮਦਰ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ। ਇਹਨਾਂ ਦੇ ਵਾਲ ਇੱਦਾਂ ਹੀ ਖਿਲਰੇ ਰਹਿਣੇ। ਇਹਨਾਂ ਨੇ ਇਹ ਵੀ ਨਹੀਂ ਧਿਆਨ ਰਹਿਣਾ ਕਿ ਮੈਂ ਕੰਘੀ ਪਾਉਣੀ ਹੈ ਜਾਂ ਆਪਣੇ ਵਾਲਾਂ ਨੂੰ ਸਿੱਧਾ ਕਰਨਾ ਹੈ। ਇੱਥੋਂ ਤੱਕ ਕਿ ਮੰਮੀ ਨੂੰ ਆਪਣੇ ਕੱਪੜਿਆਂ ਦਾ ਵੀ ਕੋਈ ਧਿਆਨ ਨਹੀਂ ਹੁੰਦਾ ਸੀ ਕਿ ਮੈਂ ਸਾਫ਼ ਸੁਥਰੇ ਕੱਪੜੇ ਪਾਉਣੇ। ਮੇਰੇ ਮੰਮੀ ਪੂਰੀ ਤਰ੍ਹਾਂ ਪਾਗਲ ਹੋ ਚੁੱਕੇ ਸੀਗੇ। ਮੇਰੇ ਫਾਦਰ ਨਾਲ ਇਹਨਾਂ ਦਾ ਇੱਕ ਵਾਰੀ ਲੜਾਈ ਝਗੜਾ ਹੋਇਆ ਅਤੇ ਉਸ ਤੋਂ ਬਾਅਦ ਮੰਮੀ ਨੂੰ ਇੰਨਾ ਜ਼ਿਆਦਾ ਅਟੈਕ ਹੋ ਗਿਆ ਕਿ ਮੰਮੀ ਨੇ ਸਾਡਾ ਨਵਾਂ ਰੈਫ੍ਰਿਜਰੇਟਰ ਯਾਨੀ ਕਿ ਨਵੀਂ ਫਰਿੱਜ ਅਤੇ ਸਾਈਕਲ ਅਤੇ ਇੱਕ ਪੱਖਾ ਬਾਹਰ ਖੜ੍ਹ ਕੇ ਉਹਨਾਂ 3 ਚੀਜ਼ਾਂ ਨੂੰ ਅੱਗ ਲਗਾ ਦਿੱਤੀ ਸੀਗੀ। ਅਤੇ ਉਸ ਤੋਂ ਬਾਅਦ ਮੇਰੀ ਮੰਮੀ ਦੇ ਹੱਥ ਵਿੱਚ ਜੋ ਵੀ ਆਉਂਦਾ ਜਾਂ ਕੋਈ ਵੀ ਚੀਜ਼ ਆਉਣੀ ਅਤੇ ਮੰਮੀ ਇੱਦਾਂ ਤੋੜ ਭੰਨ ਦਿੰਦੇ ਹੁੰਦੇ ਸੀਗੇ। ਮੇਰੇ ਮਦਰ ਨੂੰ ਪਾਗਲਪਨ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਮੇਰੇ ਫਾਦਰ ਵੀ ਨਸ਼ਾ ਕਰਦੇ ਸੀਗੇ ਉਸ ਟਾਈਮ 'ਤੇ।
ਸਾਡੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਕਾਰਨ ਮੰਦੇ ਹੋ ਚੁੱਕੇ ਸੀ ਕਿ ਸਾਡਾ ਘਰ ਦਾ ਪੂਰਾ ਸਰਕਲ, ਪੂਰਾ ਸਿਸਟਮ ਜੋ ਵੀ ਸੀਗਾ ਕਿ ਉਹ ਨੋਰਮਲ ਘਰਾਂ ਵਾਲਾ ਨਹੀਂ ਰਹਿ ਚੁੱਕਿਆ। ਸਾਡੀ ਘਰ ਪੂਰਾ ਡਿਸਟਰਬ ਸੀ। ਸਾਡੇ ਘਰ ਦੇ ਵਿੱਚ ਆ ਕੇ ਕਿਸੇ ਬੰਦੇ ਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਕਿਸੇ ਘਰ ਵਿੱਚ ਆਏ ਹਾਂ, ਬਲਕਿ ਇੰਨਾ ਲੜਾਈ ਝਗੜਾ, ਇੰਨਾ ਕਲੇਸ਼, ਇੰਨੀ ਡਿਸਟਰਬੈਂਸ ਸਾਡੇ ਘਰ ਵਿੱਚ ਰਹਿੰਦੀ ਹੁੰਦੀ ਸੀ। ਇੱਥੋਂ ਤੱਕ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਘਰ ਵਿੱਚ ਆਉਣਾ ਛੱਡ ਦਿੱਤਾ। ਰਿਸ਼ਤੇਦਾਰਾਂ ਨੇ ਤਾਂ ਕੀ ਕਿ ਸਾਡੇ ਕੰਧ ਨਾਲ ਕੰਧ ਲੱਗਦੇ ਆਂਢ ਗੁਆਂਢ ਵੀ ਸਾਡੇ ਘਰ ਨਹੀਂ ਸੀ ਆਉਂਦੇ। ਕੋਈ ਵੀ ਸਾਨੂੰ ਚੱਜ ਨਾਲ ਬੁਲਾਉਂਦਾ ਨਹੀਂ ਹੁੰਦਾ ਸੀਗਾ, ਕੋਈ ਵੀ ਸਾਨੂੰ ਬੁਲਾਉਣਾ ਪਸੰਦ ਨਹੀਂ ਸੀ ਕਰਦਾ, ਕਿਉਂਕਿ ਲੋਕਾਂ ਨੂੰ ਪਤਾ ਹੈ ਅਗਰ ਸਾਨੂੰ ਮਿਲਣਗੇ ਤਾਂ ਕਿਸੇ ਜ਼ਰੂਰਤ ਲਈ ਮਿਲਣਗੇ, ਕਿਉਂਕਿ ਇਹਨਾਂ ਕੋਲ ਤਾਂ ਕੁਛ ਹੈ ਨਹੀਂ ਹੈ। ਕਿਉਂਕਿ ਸਾਡੇ ਕੋਲ ਜੋ ਕੁਛ ਵੀ ਸੀਗਾ ਉਹ ਇਹਨਾਂ ਪਾਗਲਪੂਣੇ ਅਤੇ ਜਾਦੂ ਟੂਣੇ ਦੇ ਕਾਰਨ ਸਾਡੇ ਘਰ ਵਿੱਚੋਂ ਸਾਰਾ ਕੁਝ ਜਾ ਚੁੱਕਿਆ ਸੀ। ਸਾਡੇ ਘਰ ਦੀ ਹਰ ਇੱਕ ਚੀਜ਼ ਮੇਰੇ ਮਦਰ ਨੇ ਜਾਂ ਮੇਰੇ ਫਾਦਰ ਨੇ ਲੜਾਈ ਝਗੜਿਆਂ ਦੇ ਕਾਰਨ ਤੋੜ ਦਿੱਤੀ, ਜਾਂ ਪਾਗਲਪੂਣੇ ਦੇ ਮਦਰ 'ਤੇ ਅਟੈਕ ਹੋਣੇ ਤੋੜ ਦਿੱਤੀ। ਮੇਰੇ ਮਦਰ ਆਪਣੀ ਲਾਈਫ ਤੋਂ ਇੰਨਾ ਜ਼ਿਆਦਾ ਤੰਗ ਆ ਚੁੱਕੇ ਸੀ ਕਿ ਇਹਨਾਂ ਨੇ 2 ਵਾਰ ਸੁਸਾਈਡ ਅਟੈਂਪਟ ਕੀਤਾ। ਇੱਕ ਵਾਰੀ ਇਹਨਾਂ ਨੇ ਪੱਖੇ ਨਾਲ ਲਟਕ ਕੇ ਆਪਣੀ ਖੁਦਕੁਸ਼ੀ ਕਰਨੀ ਚਾਹੀ, ਦੂਜੀ ਵਾਰ ਇਹਨਾਂ ਨੇ ਟ੍ਰੇਨ ਦੇ ਥੱਲੇ ਆਉਣਾ ਚਾਹਿਆ, ਪਰ ਮੇਰੇ ਬ੍ਰਦਰ ਨੇ ਅਤੇ ਮੇਰੇ ਸਿਸਟਰ ਨੇ ਮੇਰੇ ਮੰਮੀ ਅੱਗੇ ਰੋਏ, ਬਾਹਾਂ ਫੜੀਆਂ ਮੇਰੀ ਮਦਰ ਦੀਆਂ ਕਿ ਨਾ ਤੁਸੀਂ ਗੱਡੀ ਥੱਲੇ ਆਉਣ ਨਾ ਜਾਓ ਕਿ ਅਸੀਂ ਫਿਰ ਕੀ ਕਰਾਂਗੇ। ਅਤੇ ਜਦੋਂ ਵੀ ਸਾਡੇ ਮਦਰ ਨੇ ਇੱਦਾਂ ਚੱਲ ਜਾਣਾ, ਸਾਨੂੰ ਹਮੇਸ਼ਾ ਇਹ ਟੈਨਸ਼ਨ ਰਹਿਣੀ ਕਿ ਸਾਡੇ ਮਦਰ ਕਿਤੇ ਬੱਸ ਥੱਲੇ ਨਾ ਆ ਜਾਣ। ਫਿਰ ਇੱਕ ਦਿਨ ਮੇਰੇ ਮਦਰ ਦੀ ਇੰਨੀ ਜ਼ਿਆਦਾ ਹਾਲਤ ਖ਼ਰਾਬ ਹੋ ਚੁੱਕੀ ਸੀਗੀ ਕਿ ਉਹਨਾਂ ਅਟੈਕਸ ਦੇ ਕਾਰਨ ਮੇਰੀ ਮਦਰ ਦਾ ਮੂੰਹ ਟੇਢਾ ਹੋ ਗਿਆ ਸੀਗਾ। ਅਤੇ ਜਦੋਂ ਇਹਨਾਂ ਦਾ ਮੂੰਹ ਟੇਢਾ ਹੋ ਗਿਆ, ਇਹਨਾਂ ਨੂੰ ਕੁਛ ਬੋਲ ਨਹੀਂ ਪਾ ਰਹੇ ਸੀ, ਬਲਕਿ ਇਸ਼ਾਰੇ ਕਰ ਸਮਝਾ ਰਹੇ ਸੀਗੇ ਮੈਨੂੰ। ਅਤੇ ਫਿਰ ਅਸੀਂ ਇਹਨਾਂ ਨੂੰ ਹੌਸਪੀਟਲ ਖੜਿਆ, ਇੱਥੋਂ ਤੱਕ ਕਿ ਡਾਕਟਰਸ ਨੂੰ ਵੀ ਕੁਛ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੂੰ ਕੀ ਹੋਇਆ ਆ। ਫਿਰ ਇੱਕ ਦਿਨ ਮੈਂ ਅਤੇ ਮੇਰੇ ਮਦਰ, ਸਾਡੇ ਨੌਨ 'ਚ ਹੀ ਨੇ ਸਾਡੇ ਰਿਸ਼ਤੇਦਾਰ, ਅਸੀਂ ਉਹਨਾਂ ਦੇ ਘਰ ਗਏ ਅਤੇ ਮੈਂ ਆਪਣੀ ਸਾਰੀ ਪ੍ਰੋਬਲਮ ਉਹਨਾਂ ਨੂੰ ਦੱਸੀ ਕਿ ਸਾਡੀ ਫੈਮਿਲੀ ਦੇ ਉੱਤੇ ਕਿੱਦਾਂ ਅਟੈਕ ਹੋ ਰਹੇ ਨੇ, ਮੇਰੇ ਮਦਰ 'ਤੇ ਪਾਗਲਪੂਣੇ ਦੇ ਅਟੈਕ ਹੁੰਦੇ ਨੇ, ਸਾਡਾ ਘਰ ਸਾਰਾ ਬਰਬਾਦ ਹੋ ਚੁੱਕਿਆ ਆ। ਫਿਰ ਉਹਨਾਂ ਨੇ ਸਾਨੂੰ ਖਾਂਬਰਾ ਚਰਚ ਵਿੱਚ ਦੱਸਿਆ ਕਿ ਜਲੰਧਰ ਵਿੱਚ ਖਾਂਬਰਾ ਚਰਚ ਨੇ। ਜਦੋਂ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਖਾਂਬਰਾ ਚਰਚ ਬਾਰੇ ਦੱਸਿਆ, ਮੈਂ ਅਤੇ ਮੇਰੇ ਮਦਰ ਖਾਂਬਰਾ ਚਰਚ ਵਿੱਚ ਆਏ। ਅਸੀਂ ਇਸ ਚਰਚ ਵਿੱਚ ਜਦੋਂ ਆ ਕੇ ਇੰਨੀ ਗੈਦਰਿੰਗ, ਇੰਨੇ ਲੋਕਾਂ ਨੂੰ ਦੇਖਿਆ ਕਿ ਬਹੁਤ ਸਾਰੇ ਲੋਕ ਇਸ ਚਰਚ ਵਿੱਚ ਆ ਰਹੇ ਨੇ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਮੀਟਿੰਗ ਨੂੰ ਅਟੈਂਡ ਕਰ ਰਹੇ ਸੀ, ਸਾਨੂੰ ਬਹੁਤ ਸ਼ਾਂਤੀ ਮਹਿਸੂਸ ਹੋਈ, ਬਹੁਤ ਜ਼ਿਆਦਾ ਪੀਸ ਮਹਿਸੂਸ ਹੋਇਆ। ਉਸ ਤੋਂ ਬਾਅਦ ਅਸੀਂ ਜਦੋਂ ਗਵਾਹੀਆਂ ਨੂੰ ਦੇਖਿਆ ਕਿ ਲੋਕ ਚੰਗੇ ਹੋ ਰਹੇ ਨੇ, ਦੁਸ਼ਟ ਆਤਮਾ ਤੋਂ ਜੋ 30-30, 40-40 ਸਾਲ ਤੋਂ ਦੁਸ਼ਟ ਆਤਮਾ ਦੇ ਜਕੜੇ ਲੋਕ ਉਹ ਆਜ਼ਾਦ ਹੋ ਰਹੇ ਨੇ, ਲੋਕਾਂ ਦੇ ਜਾਦੂ ਟੂਣੇ ਦੇ ਬੰਧਨ ਟੁੱਟ ਰਹੇ ਨੇ, ਅਤੇ ਸਾਨੂੰ ਬਹੁਤ ਵਧੀਆ ਲੱਗਿਆ। ਫਿਰ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਹੇ। ਅਸੀਂ ਰੈਗੂਲਰ ਚਰਚ ਆਉਣਾ ਸ਼ੁਰੂ ਕੀਤਾ। ਫਿਰ 7 ਅਕਤੂਬਰ 2018 ਨੂੰ ਅਸੀਂ ਚਰਚ ਵਿੱਚ ਆਏ ਅਤੇ ਉਦੋਂ ਅਪੋਸਟਲ ਜੀ ਖਾਸ ਡਿਲੀਵਰੈਂਸ ਦੇ ਲਈ ਪ੍ਰਾਰਥਨਾ ਕਰ ਰਹੇ ਸੀ। ਉਹ ਜਾਦੂ ਟੂਣੇ ਦੀ ਦੁਸ਼ਟ ਆਤਮਾ ਮੈਨੂੰ ਕਮਾਂਡ ਕਰ ਰਹੇ ਸੀਗੇ ਕਿ ਮੈਂ ਜਾਦੂ ਟੂਣੇ ਤੋਂ ਲੋਕਾਂ ਨੂੰ ਆਜ਼ਾਦ ਹੁੰਦਿਆਂ ਦੇਖ ਰਿਹਾ। ਮੇਰੇ ਮਦਰ ਨੇ ਉਸ ਪ੍ਰਾਰਥਨਾ ਨੂੰ ਰਿਸੀਵ ਕੀਤਾ। ए जादू, ए टोने, आउट, ए जादू, ए टोने, कमांडेड, दुष्ट आत्माएं चली जाएं। ओ दुष्ट आत्मा मेरी आवाज को सुन, गेट आउट, 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 आउट। ਉਸ ਪ੍ਰਾਰਥਨਾ ਦੇ ਦੌਰਾਨ ਪਵਿੱਤਰ ਆਤਮਾ ਨੇ ਮੇਰੇ ਮਦਰ ਨੂੰ ਛੂਹਿਆ। ਮੇਰੇ ਮਦਰ ਦੀ ਲਾਈਫ ਟੋਟਲੀ ਚੇਂਜ ਹੋਣਾ ਸ਼ੁਰੂ ਹੋ ਗਈ। ਮੇਰੇ ਮਦਰ ਪੂਰੀ ਤਰ੍ਹਾਂ ਉਸ ਦੁਸ਼ਟ ਆਤਮਾ ਤੋਂ ਆਜ਼ਾਦ ਹੋਣਾ ਸ਼ੁਰੂ ਹੋ ਗਏ। ਉਸ ਪ੍ਰਾਰਥਨਾ ਤੋਂ ਬਾਅਦ ਮੇਰੇ ਮਦਰ ਦੀ ਲਾਈਫ 'ਚ ਪਰਮੇਸ਼ਰ ਨੇ ਕੰਮ ਕੀਤਾ ਕਿ ਜਿੱਦਾਂ ਕਿ ਪਹਿਲਾਂ ਪਾਗਲਾਂ ਵਾਂਗੂ ਰਹਿੰਦੇ ਸੀ, ਪਰ ਉਸ ਪ੍ਰਾਰਥਨਾ ਤੋਂ ਬਾਅਦ ਮੇਰੇ ਮਦਰ ਪੂਰੀ ਤਰ੍ਹਾਂ ਨੋਰਮਲ ਹੋ ਗਏ। ਇਹਨਾਂ ਦਾ ਰਹਿਣਾ ਸਹਿਣਾ ਬਿਲਕੁਲ ਨੋਰਮਲ ਹੋ ਗਿਆ। ਜਿੱਦਾਂ ਕਿ ਪਹਿਲਾਂ ਮੇਰੇ ਮਦਰ ਘਰੋਂ ਚਲ ਜਾਂਦੇ ਹੁੰਦੇ ਸੀਗੇ, ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ, ਲੋਕਾਂ ਨਾਲ ਲੜਦੇ ਹੁੰਦੇ ਸੀ, ਘਰ 'ਚ ਲੜਦੇ ਹੁੰਦੇ ਸੀ, ਨਵੀਆਂ ਚੀਜ਼ਾਂ ਨੂੰ ਅੱਗ ਲਾ ਦਿੰਦੇ ਹੁੰਦੇ ਸੀਗੇ, ਇਹਨਾਂ ਨੂੰ ਕੁਛ ਪਤਾ ਨਹੀਂ ਸੀ ਲੱਗਦਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਉਸ ਤੋਂ ਬਾਅਦ ਮੇਰੇ ਮਦਰ ਆਜ਼ਾਦ ਹੋ ਗਏ। ਹੁਣ ਮੇਰੇ ਮਦਰ ਉਸ ਅਟੈਕਸ ਤੋਂ ਬਿਲਕੁਲ ਆਜ਼ਾਦ ਨੇ, ਜੋ ਕਿ ਪਹਿਲਾਂ ਸਾਡੇ ਘਰ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁਸ਼ਟ ਆਤਮਾ ਦੇ ਕਾਰਨ ਅਟੈਕ ਹੁੰਦੇ ਸੀ। ਸਾਡੀ ਫੈਮਿਲੀ ਦਾ ਇਕੱਲਾ ਪਰਸਨ ਵੱਖੋ ਵੱਖਰੇ ਰਹਿੰਦੇ ਹੁੰਦੇ ਸੀ, ਕੋਈ ਸ਼ਾਂਤੀ ਨਹੀਂ, ਲੜਾਈ ਝਗੜਾ ਸੀ। ਹੁਣ ਸਾਡੇ ਘਰ ਦੇ ਵਿੱਚ ਬਹੁਤ ਸ਼ਾਂਤੀ ਹੈ। ਮੇਰੇ ਮਦਰ ਸਾਨੂੰ ਰੋਟੀ ਪਾਣੀ ਵੀ ਬਣਾ ਕੇ ਦਿੰਦੇ ਆ। ਮੇਰੇ ਮਦਰ ਫਾਦਰ ਦੇ ਵਿੱਚ ਕੋਈ ਲੜਾਈ ਨਹੀਂ ਹੁੰਦੀ। ਮੇਰੇ ਡੈਡੀ ਵੀ ਹਰ ਦੁਸ਼ਟ ਆਤਮਾ ਦੇ ਅਟੈਕ ਤੋਂ ਆਜ਼ਾਦ ਹੋ ਚੁੱਕੇ ਨੇ। ਬਲਕਿ ਸਾਡੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੈ। ਮੇਰੇ ਮਦਰ ਕਿਸੇ ਨਾਲ ਨਹੀਂ ਲੜਦੇ, ਕਿਸੇ ਨੂੰ ਨਹੀਂ ਬੋਲਦੇ, ਬਲਕਿ ਬਹੁਤ ਸ਼ਾਂਤੀ ਨਾਲ ਰਹਿੰਦੇ। ਉਸ ਪ੍ਰਾਰਥਨਾ ਤੋਂ ਬਾਅਦ ਮੈਂ ਜਾਦੂ ਟੂਣੇ ਤੋਂ ਔਰ ਪਾਗਲਪਨ ਤੋਂ ਬਿਲਕੁਲ ਆਜ਼ਾਦ ਆ। ਹੁਣ ਅਸੀਂ ਪੂਰੀ ਫੈਮਿਲੀ ਇੱਕਦਮ ਠੀਕ ਆ। ਮੈਂ ਆਪਣੇ ਬੱਚਿਆਂ ਦਾ ਖਾਣਾ ਵੀ ਬਣਾਉਂਦੀ ਆ, ਸਕੂਲ ਵੀ ਜਾਂਦੇ ਆ। ਬਹੁਤ ਵਧੀਆ ਮੇਰੀ ਲਾਈਫ ਇੰਨੀ ਵਧੀਆ ਹੋ ਚੁੱਕੀ ਆ ਕਿ ਮੈਂ ਪਰਮੇਸ਼ਰ ਦਾ
ਧੰਨਵਾਦ ਕਰਦੀ ਹਾਂ। ਜਿਸ ਤਰ੍ਹਾਂ ਪਹਿਲਾਂ ਮੈਨੂੰ ਸੁੱਤੀ ਪਈ ਨੂੰ ਡਰ ਲੱਗਦਾ ਹੁੰਦਾ, ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ, ਆਵਾਜ਼ਾਂ ਆਉਂਦੀਆਂ ਸੀਗੀਆਂ ਮੈਨੂੰ ਬੱਚਿਆਂ ਦੀ ਆਵਾਜ਼ ਦੇ ਵਿੱਚ, ਉਹਨਾਂ ਚੀਜ਼ਾਂ ਤੋਂ ਮੈਂ ਬਿਲਕੁਲ ਫ੍ਰੀ ਹੋ ਚੁੱਕੀ ਹਾਂ। ਤੇ ਮੈਨੂੰ ਮਤਲਬ ਇੰਨਾ ਵਧੀਆ ਆਪਣੀ ਲਾਈਫ ਇੰਨੀ ਬਹੁਤ ਵਧੀਆ ਹੋ ਚੁੱਕੀ ਹੈ, ਮੇਰੀ ਆਨੰਦ ਬਹੁਤ ਹੈ ਮੇਰੀ ਪੂਰੇ ਪਰਿਵਾਰ ਦੇ ਵਿੱਚ। ਜਿਸ ਤਰ੍ਹਾਂ ਮੈਂ ਪਹਿਲਾਂ ਲੋਕਾਂ ਦੇ ਲੜਾਈ ਕਰਦੇ ਸਮੇਂ ਇੱਟਾਂ ਰੋੜੇ ਮਾਰਦੇ ਨੇ ਤਾਂ ਮੈਨੂੰ ਕੋਈ ਸੁੱਧ ਬੁੱਧ ਨਹੀਂ ਰਹਿਣੀ ਮੈਂ ਕਿਸ ਤਰ੍ਹਾਂ ਕਰਦੀ ਹਾਂ, ਉਹਨਾਂ ਚੀਜ਼ਾਂ ਤੋਂ ਮੈਨੂੰ ਪਰਮੇਸ਼ਰ ਨੇ ਇੰਨਾ ਆਜ਼ਾਦ ਕਰ ਦਿੱਤਾ ਕਿ ਮੈਂ ਬਹੁਤ ਜ਼ਿਆਦਾ ਇਸ ਟਾਈਮ ਆਪਣੇ ਪੂਰੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਕੋਈ ਵੀ ਇਹੋ ਜਿਹੀ ਪਾਗਲਪੁਣੇ ਵਾਲੀ ਕੋਈ ਹੀ ਹਰਕਤ ਨਹੀਂ ਕਰਦੀ। ਮੇਰੀ ਮੈਰਿਜ ਲਾਈਫ ਵੀ ਇੰਨੀ ਬਲੈਸ ਆਈ, ਹਸਬੈਂਡ ਵਾਈਫ ਬਹੁਤ ਜ਼ਿਆਦਾ ਆਪਣੇ ਬੱਚਿਆਂ ਦੇ ਵਿੱਚ ਖੁਸ਼ ਆ। ਜਿਹੜੇ ਲੋਕ ਅਜੇ ਵੀ ਪਾਗਲਪੁਣੇ ਵਿੱਚ ਆ ਜਾਂ ਜਾਦੂ ਟੂਣੇ ਦੇ ਥੱਲੇ, ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਜੀਵਤ ਚਰਚ ਦੇ ਨਾਲ ਜੁੜੋ, ਉਹਨਾਂ ਜੀਵਤ ਚਰਚ ਦਾ ਹਿੱਸਾ ਬਣੋ ਜਿਸ ਤਰ੍ਹਾਂ ਮੈਂ ਬਣੀ ਆ। ਤੇ ਤੁਸੀਂ ਮਤਲਬ ਇਹ ਜਿਸ ਤਰ੍ਹਾਂ ਮੈਂ ਆਜ਼ਾਦ ਹੋ ਚੁੱਕੀ ਹਾਂ ਪਾਗਲਪੁਣੇ ਤੋਂ, ਜਾਦੂ ਟੂਣੇ ਤੋਂ, ਤੁਸੀਂ ਵੀ ਵਿਸ਼ਵਾਸ ਦੇ ਨਾਲ ਇਸ ਚਰਚ ਦੇ ਨਾਲ ਜੁੜੋ ਤੇ ਤੁਸੀਂ ਵੀ ਆਜ਼ਾਦ ਹੋਵੋਗੇ ਜਿਸ ਤਰ੍ਹਾਂ ਮੈਂ ਆਜ਼ਾਦ ਹੋ ਚੁੱਕੀ ਹਾਂ। ਇਸ ਵੱਡੇ ਛੁਟਕਾਰੇ ਦੇ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ, ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।